ਸਗੇਸ਼ਸ ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਸ਼ਡਿਊਲਸ ਇਨ ਇੰਡੀਅਨ ਕਨਸਟੀਟਿਊਸ਼ਨ, ਜਿਸ ਨੂੰ ਆਪਾਂ ਅਨੁਸੂਚੀ ਵੀ ਕਹਿੰਦੇ ਹਾਂ। ਕੁੱਲ ਮਿਲਾ ਕੇ 12 ਅਨੁਸੂਚੀਆਂ ਦਾ ਜ਼ਿਕਰ ਕੀਤਾ ਗਿਆ ਆਪਣੀ ਕਨਸਟੀਟਿਊਸ਼ਨ 'ਚ। 1 ਬਾਏ 1 ਆਪਾਂ ਇਸ ਵੀਡੀਓ 'ਚ ਡਿਸਕਸ ਕਰਾਂਗੇ ਇਹਨਾਂ ਅਨੁਸੂਚੀਆਂ ਦਾ ਜਾਂ ਇਹਨਾਂ ਸ਼ਡਿਊਲਸ ਦਾ। ਜਿੱਦਾਂ ਕਿ ਦੱਸਿਆ, ਇੱਥੇ ਆਪਣੀ ਕਨਸਟੀਟਿਊਸ਼ਨ 'ਚ 12 ਸ਼ਡਿਊਲ ਨੇ। ਸ਼ੁਰੂ 'ਚ ਗੌਰਮੈਂਟ ਆਫ ਇੰਡੀਆ ਐਕਟ 1935 'ਚ 10 ਸ਼ਡਿਊਲ ਦੀ ਗੱਲ ਕੀਤੀ ਗਈ ਸੀ। ਹੌਲੀ ਬਾਅਦ 'ਚ ਇੰਡੀਅਨ ਕਨਸਟੀਟਿਊਸ਼ਨ ਜਦੋਂ 1949 'ਚ 1949 'ਚ ਅਡੋਪਟ ਕੀਤਾ ਗਿਆ, ਉਦੋਂ ਟੋਟਲ 8 ਸ਼ਡਿਊਲ ਸੀ। ਫਿਰ 4 ਸ਼ਡਿਊਲ ਡਿਫਰੈਂਟ ਅਮੈਂਡਮੈਂਟ ਦੁਆਰਾ ਫਿਰ 4 ਸ਼ਡਿਊਲ ਹੋਰ ਐਡ ਕੀਤੇ ਗਏ। ਹੁਣ ਇੰਡੀਅਨ ਕਨਸਟੀਟਿਊਸ਼ਨ 'ਚ ਟੋਟਲ 12 ਸ਼ਡਿਊਲ ਨੇ। ਆਪਾਂ ਇਹਨਾਂ ਸ਼ਡਿਊਲ 'ਚ 1 ਬਾਏ 1 ਸਾਰੇ 12 ਸ਼ਡਿਊਲ ਬਾਰੇ ਗੱਲ ਕਰਾਂਗੇ। ਇਹ ਇੱਕ ਕਿਸ ਸ਼ਡਿਊਲ 'ਚ ਕਿਸ ਬਾਰੇ ਜ਼ਿਕਰ ਕੀਤਾ ਹੋਇਆ, ਕਿਸ ਸ਼ਡਿਊਲ 'ਚ ਕਿਸ ਫੈਕਟਰ ਬਾਰੇ ਗੱਲ ਕੀਤੀ ਗਈ ਹੈ, ਇਹ ਸਾਰੀਆਂ ਆਪਾਂ ਦੱਸਾਂਗੇ। ਆਪਾਂ ਜਦੋਂ ਸ਼ਡਿਊਲ ਆਪਾਂ ਪਹਿਲੇ ਦੀ ਗੱਲ ਕਰਦੇ ਹਾਂ, ਉਸ 'ਚ ਸਟੇਟਸ ਦੇ ਨਾਮ ਤੇ ਯੂਨੀਅਨ ਟੈਰੀਟਰੀਜ਼ ਦੇ ਨਾਮ ਬਾਰੇ ਤੇ ਉਸ ਦੀ ਟੈਰੀਟੋਰੀਅਲ ਜੂਰਿਸਡਿਕਸ਼ਨ ਬਾਰੇ ਗੱਲ ਕੀਤੀ ਗਈ ਹੈ। ਕਿਸ ਸਟੇਟ ਦਾ ਕੀ ਨਾਮ ਹੋਏਗਾ, ਕਿਹੜੀ ਯੂਨੀਅਨ ਟੈਰੀਟਰੀ ਹੋਏਗੀ, ਫਿਰ ਉਹਨਾਂ ਯੂਨੀਅਨ ਟੈਰੀਟਰੀ ਤੋਂ ਉਹਨਾਂ ਸਟੇਟ ਦੀ ਜੁਡੀਸ਼ੀਅਲ ਜੂਰਿਸਡਿਕਸ਼ਨ ਕੀ ਹੋਏਗੀ, ਇਸ ਸਭ ਦਾ ਜ਼ਿਕਰ ਫਸਟ ਸ਼ਡਿਊਲ 'ਚ ਕੀਤਾ ਗਿਆ ਹੈ। ਇਹ 'ਚ ਆਰਟੀਕਲ 1 ਤੇ ਆਰਟੀਕਲ 4 'ਚ ਇਸ ਦਾ ਜ਼ਿਕਰ ਹੈ। ਫਿਰ ਆਪਾਂ ਦੂਜੇ ਸ਼ਡਿਊਲ ਦੀ ਗੱਲ ਕਰਦੇ ਹਾਂ। ਫਿਰ ਸੈਲਰੀ ਬਾਰੇ ਗੱਲ ਕੀਤੀ ਗਈ ਹੈ। ਸੈਲਰੀ ਆਫ ਪ੍ਰੈਜ਼ੀਡੈਂਟ, ਗਵਰਨਰ ਦੀ ਸੈਲਰੀ, ਜਿਹੜੇ ਸਟੇਟ ਦੇ ਗਵਰਨਰ ਹੁੰਦੇ ਨੇ, ਚੀਫ ਜੱਜਸ ਦੀ ਸੈਲਰੀ, ਚੀਫ ਜਸਟਿਸ ਜਿਹਨੂੰ ਕਹਿ ਦਿੰਦੇ ਆ, ਜੱਜਸ ਆਫ ਹਾਈ ਕੋਰਟਸ ਦੀ ਸੈਲਰੀ, ਸੁਪਰੀਮ ਕੋਰਟ ਦੇ ਜੱਜਸ ਦੀ ਸੈਲਰੀ। ਫਿਰ ਸਪੀਕਰ ਤੇ ਡਿਪਟੀ ਸਪੀਕਰ ਆਫ ਲੋਕ ਸਭਾ ਜਿਹੜੇ ਹੁੰਦੇ ਨੇ, ਤੇ ਸਪੀਕਰ ਤੇ ਡਿਪਟੀ ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਹੁੰਦੇ ਨੇ, ਉਹਨਾਂ ਦੀ ਸੈਲਰੀ ਬਾਰੇ ਗੱਲ ਕੀਤੀ ਗਈ ਹੈ ਸੈਕਿੰਡ ਸ਼ਡਿਊਲ 'ਚ। ਫਿਰ ਚੇਅਰਮੈਨ, ਡਿਪਟੀ ਚੇਅਰਮੈਨ ਆਫ ਰਾਜ ਸਭਾ ਦੀ ਗੱਲ, ਚੇਅਰਮੈਨ ਤੇ ਡਿਪਟੀ ਚੇਅਰਮੈਨ ਰਾਜ ਸਭਾ ਦੇ ਉਸ ਸੈਲਰੀ ਤੇ ਐਮੋਲੂਮੈਂਟਸ ਦੀ ਗੱਲ ਕੀਤੀ ਗਈ ਹੈ ਇਸੇ ਸ਼ਡਿਊਲ 'ਚ। ਫਿਰ ਚੇਅਰਮੈਨ ਚੇਅਰਮੈਨ ਤੇ ਡਿਪਟੀ ਚੇਅਰਮੈਨ ਰਾਜ ਸਭਾ ਦੇ ਉਸ ਦੀ ਸੈਲਰੀ ਦੀ ਗੱਲ ਵੀ ਇਸ ਸੈਕਿੰਡ ਸ਼ਡਿਊਲ 'ਚ ਕੀਤੀ ਹੋਈ ਹੈ। ਫਿਰ ਲੈਜਿਸਲੇਟਿਵ ਕੌਂਸਲ ਦੇ ਜਿਹੜੇ ਚੇਅਰਮੈਨ ਹੁੰਦਾ, ਡਿਪਟੀ ਚੇਅਰਮੈਨ ਹੁੰਦਾ, ਸਟੇਟਾਂ 'ਚ ਜਿਹੜੇ ਹੁੰਦੇ ਨੇ, ਉਹਨਾਂ ਦੀ ਵੀ ਕੰਟਰੋਲਰ ਜਨਰਲ ਤੇ ਆਡੀਟਰ ਜਨਰਲ ਦੀ ਸੈਲਰੀ ਦੀ ਗੱਲ ਵੀ ਸੈਕਿੰਡ ਸ਼ਡਿਊਲ 'ਚ ਕੀਤੀ ਹੋਈ। ਇਹ 'ਚ ਕਿਹੜੇ ਆਰਟੀਕਲ ਇਨਵੋਲਵ ਨੇ, ਕਿਹੜੇ ਆਰਟੀਕਲ 'ਚ ਇਹ ਸੈਕਿੰਡ ਸ਼ਡਿਊਲ ਇਨਵੋਲਵ ਨੇ, ਜਿਵੇਂ ਆਰਟੀਕਲ 59, 65, 75, 97, 125, 148, 158, 164, 186 ਤੇ 181। ਫਿਰ ਆਪਾਂ ਗੱਲ ਕਰਾਂਗੇ ਹੁਣ ਥਰਡ ਸ਼ਡਿਊਲ 'ਚ ਕੀ ਕਿਹਾ ਗਿਆ। ਓਥਸ ਤੇ ਅਫਰਮੇਸ਼ਨ ਦੀ ਗੱਲ ਕੀਤੀ ਗਈ ਹੈ। ਜੋ ਵੀ ਯੂਨੀਅਨ ਮਿਨਿਸਟਰ ਹੁੰਦੇ ਨੇ, ਕੈਂਡੀਡੇਟਸ ਹੁੰਦੇ ਨੇ ਪਾਰਲੀਮੈਂਟ ਲਈ, ਜੋ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਹੇ ਹੁੰਦੇ ਨੇ, ਮੈਂਬਰਸ ਆਫ ਪਾਰਲੀਮੈਂਟ ਹੁੰਦੇ ਨੇ, ਜੱਜਸ ਹੁੰਦੇ ਨੇ ਸੁਪਰੀਮ ਕੋਰਟ ਦੇ, ਹਾਈ ਕੋਰਟਸ ਦੇ, ਕੈਗ ਹੁੰਦਾ ਕੰਟਰੋਲਰ ਐਂਡ ਆਡੀਟਰ ਜਨਰਲ, ਤੇ ਮਿਨਿਸਟਰ ਹੁੰਦੇ ਨੇ ਸਟੇਟ ਲੈਵਲ ਦੇ ਮਿਨਿਸਟਰ, ਮੈਂਬਰ ਹੁੰਦੇ ਨੇ ਸਟੇਟ ਲੈਜਿਸਲੇਚਰ ਦੇ। ਤਾਂ ਇਹਨਾਂ ਸਾਰੇ ਤੋਂ ਓਥਸ ਦੀ ਜਦੋਂ ਇਹ ਸਹੁੰ ਚੱਕਦੇ ਨੇ, ਜਦੋਂ ਇਹ ਇੱਕ ਤਰ੍ਹਾਂ ਦੀ ਸ਼ਪਥ ਲੈਂਦੇ ਨੇ, ਉਸ ਦਾ ਜ਼ਿਕਰ ਥਰਡ ਸ਼ਡਿਊਲ 'ਚ ਕੀਤਾ ਗਿਆ ਹੋਇਆ। ਇਹ 'ਚ ਕਿਹੜੇ ਆਰਟੀਕਲ ਇਨਵੋਲਵ ਨੇ। ਇਹ 'ਚ ਆਰਟੀਕਲ 75, ਜਿੱਦਾਂ ਆਰਟੀਕਲ 84, ਆਰਟੀਕਲ 99, ਆਰਟੀਕਲ 124, 146, 173, 188, 219, ਇਹ ਆਰਟੀਕਲ ਥਰਡ ਸ਼ਡਿਊਲ 'ਚ ਯੂਜ਼ ਕੀਤੇ ਜਾਂਦੇ ਨੇ, ਜਿਹੜਾ ਖਾਸ ਕਰਕੇ ਰਿਲੇਟਡ ਹੈ ਓਥਸ ਤੇ ਅਫਰਮੇਸ਼ਨ ਬਾਰੇ। ਜਿਹੜੇ ਸਹੁੰ ਚੁੱਕਦੇ ਨੇ ਆਪਣੇ, ਇਹ ਡਿਫਰੈਂਟ ਪਰਸਨਸ ਜਿਨ੍ਹਾਂ ਦੀ ਤੁਹਾਡੇ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ। ਫਿਰ ਜਿਹੜਾ ਚੌਥਾ ਸ਼ਡਿਊਲ ਹੈ, ਉਸ ਨੇ ਯੂਨੀਅਨ ਤੇ ਟੈਰੀਟਰੀ 'ਚ ਕਿੰਨੀਆਂ ਰਾਜ ਸਭਾ ਸੀਟਸ ਹੋਣਗੀਆਂ, ਯੂਨੀਅਨ ਟੈਰੀਟਰੀ 'ਚ ਰਾਜ ਸਭਾ ਦੀ ਸੀਟਸ ਕਿੰਨੀਆਂ ਹੋਣਗੀਆਂ, ਸਟੇਟਸ 'ਚ ਰਾਜ ਸਭਾ ਦੀ ਸੀਟਸ ਕਿੰਨੀਆਂ ਹੋਣਗੀਆਂ, ਇਸ ਦਾ ਜ਼ਿਕਰ ਕੀਤਾ ਹੋਇਆ ਫੋਰਥ ਸ਼ਡਿਊਲ 'ਚ, ਜਿਹਨੂੰ ਚੌਥੇ ਸ਼ਡਿਊਲ 'ਚ ਕੀਤਾ ਗਿਆ ਉਸ ਦਾ ਜ਼ਿਕਰ। ਤਾਂ ਇਸ 'ਚ ਕਿਹੜੇ ਆਰਟੀਕਲ ਕਿਹੜੇ ਇਨਵੋਲਵ ਨੇ। ਇੱਕ ਤਾਂ ਚੌਥਾ ਆਰਟੀਕਲ ਇਨਵੋਲਵ ਹੈ, ਇੱਕ 80 ਆਰਟੀਕਲ 80ਵਾਂ ਆਰਟੀਕਲ ਇਨਵੋਲਵ ਹੈ ਇਸ 'ਚ। ਫਿਰ ਆਪਾਂ ਪੰਜਵੇਂ ਸ਼ਡਿਊਲ ਦੀ ਗੱਲ ਕਰਦੇ ਹਾਂ। ਪੰਜਵੇਂ ਸ਼ਡਿਊਲ 'ਚ ਸ਼ਡਿਊਲਡ ਏਰੀਆਜ਼ ਤੇ ਸ਼ਡਿਊਲਡ ਟਰਾਈਬ ਏਰੀਆ ਬਾਰੇ ਗੱਲ ਕੀਤੀ ਗਈ, ਸ਼ਡਿਊਲਡ ਟਰਾਈਬਸ ਬਾਰੇ ਗੱਲ ਕੀਤੀ ਗਈ ਹੈ ਪੰਜਵੇਂ ਸ਼ਡਿਊਲ 'ਚ। ਇਹ 'ਚ ਆਰਟੀਕਲ ਕਿਹੜਾ ਹੋਏਗਾ, ਆਰਟੀਕਲ 244 ਹੋਏਗਾ ਇਸ 'ਚ। ਫਿਰ ਜਿਹੜਾ ਛਠਾ ਸ਼ਡਿਊਲ ਹੈ, ਜਿਹੜੀ ਛਠੀ ਅਨੁਸੂਚੀ ਹੈ, ਇਸ 'ਚ ਟਰਾਈਬਲ ਏਰੀਆਜ਼ ਇਨ ਅਸਾਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ ਬਾਰੇ ਗੱਲ ਕੀਤੀ ਗਈ ਹੈ। ਜਿਹੜੇ ਟਰਾਈਬਲ ਏਰੀਆ ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ 'ਚ ਨੇ, ਉਸ ਦੇ ਕੰਟਰੋਲ ਤੇ ਐਡਮਿਨਿਸਟ੍ਰੇਸ਼ਨ ਬਾਰੇ ਗੱਲ ਸ਼ਡਿਊਲ 6ਵੇਂ 'ਚ ਕੀਤੀ ਗਈ ਹੈ।
ये 4 पर्टिकुलर स्टेट्स बारे आर्टिकल किहड़े इनवॉल्व ने इस आर्टिकल 244 ते आर्टिकल 275। फिर देखो भावें तो ये स्टेट की एग्जीक्यूटिव अथॉरिटी दे विच फाल करते हैं जिहड़े आपां पिछले 4 स्टेटां की गल की, पर इत्थे एक प्रोविजन भी दे रखा कि इन्हां एरिया च तुसीं एक डिस्ट्रिक्ट कौंसल या रीजनल कौंसल भी बना सकते हो इन्हां ते लैजिसलेटिव ते जुडिशियल पावर इन्हां नूं देण वास्ते। ये छठे शेड्यूल की एक खासियत है। जे आप 7वें की गल करिए 7वें शेड्यूल च स्टेट ते यूनियन गौरमेंट स्टेट गौरमेंट ते यूनियन गौरमेंट विच पावर किद्दां डिस्ट्रीब्यूट करनी है, पावर दा एलोकेशन किवें करना। देखो कई सबजैक्ट्स होंदे ने, कई सबजैक्ट्स होंदे ने यूनियन लिस्ट च जिन्हां ते यूनियन बनाउंदी है रूल रेगूलेशन, स्टेट लिस्ट स्टेट बनाउंदी है। फिर एक कंकरेंट लिस्ट होंदी है, कंकरेंट लिस्ट यूनियन भी बना सकती है तो स्टेट भी बना सकती है। वैसे तो स्टेट जी लिस्ट होंदी है उस भी यूनियन बना सकती है रूल रेगूलेशन जिहड़े सबजैक्ट्स होंदे ने। ये 3 तरह के सबजैक्ट 3 तरह की लिस्ट शेड्यूल 7वें च दित्तियां गईयां ने, उन्हां दा आपां देखदे हां। पहली लिस्ट जी यूनियन लिस्ट जिस ते सेंट्रल गौरमेंट बनाएगी उस टोटल 100 सबजैक्ट ने। पहले शुरू च किन्ने ओरिजिनली किन्ने से 97 सबजैक्ट से ओरिजिनली। फिर दूजी लिस्ट अपनी स्टेट लिस्ट जिस टोटल सबजैक्ट ने 61 सबजैक्ट, ओरिजिनली किन्ने से 66। फिर कंकरेंट लिस्ट है, देखो स्टेट लिस्ट स्टेट गौरमेंट ही बना सकती है, पर कई ਇਹੋ ਜਿਹੇ प्रोविजनस दे रखे ने स्टेट लिस्ट यूनियन लिस्ट भी बना सकते। जिवें मैं आप इत्थे डिस्कस कर लैंदे हां, जिवें जे राज्य सभा 2/3 मेजोरिटी नाल कह दे भी तुसीं किसी विषय स्टेट विषय ते तुसीं स्टेट सबजैक्ट ते तुसीं सेंट्रल गौरमेंट बनावे तां सेंट्रल गौरमेंट स्टेट लिस्ट वाले जिहड़े सबजैक्ट ने उन्हां ते कोई रूल रेगूलेशन बना सकती है। जां फिर प्रेजिडेंट रूल लग्या होवे आर्टिकल 356 के तहत उस टाइम भी स्टेट लिस्ट च यूनियन गौरमेंट स्टेट लिस्ट वाले सबजैक्ट से रूल रेगूलेशन बना सकती है। जां फिर 3-4 स्टेट मिलके ग्रुप ऑफ स्टेट्स मिलके सेंटर में अपील करना भी तुसीं साडा ये जिहड़ा सबजैक्ट स्टेट सबजैक्ट इस कोई रूल एंड रेगूलेशन बनाओ। इन दैट केस भी यूनियन गौरमेंट स्टेट लिस्ट के किसी सबजैक्ट से रूल रेगूलेशन बना सकती है। तो हुण आपां गल करांगे कंकरेंट लिस्ट की। कंकरेंट लिस्ट है जिहड़ी इस दोनों यूनियन भी तो स्टेट दोनों बना सकते हैं रूल रेगूलेशन। इस टोटल ओरिजिनली तो इस 47 सी शुरू च, बट अजकल इस 52 सबजैक्ट्स ने। फिर आपां शेड्यूल 8 की गल करांगे। शेड्यूल 8 च 22 लैंगुएजेस का जिक्र किया गया। जो शुरू च सी उदों 14 लैंगुएजेस सी भाषावां सी, पर अज के टाइम इस 22 भाषावां ने। ये 22 भाषावां किहड़ियां ने, जिवें असमी, बंगाली, गुजराती, हिंदी, कन्नडा, कश्मीरी, कोंकणी, मलयालम, मणिपुरी, मराठी, नेपाली, ओडिया, पंजाबी, संस्कृत, सिंधी, तमिल, तेलुगु, उर्दू, संथाली, बोडो, मैथिली, डोगरी। शुरू च जिवें तुहानूं दस्सिआ शुरू 14 सी, 8 लैंगुएज बाद च ऐड कीतियां गईयां ने। जिवें 21 अमेंडमेंट ऑफ कॉन्स्टिट्यूशन नाल जिहड़ी ऐड की गई सी 21 अमेंडमेंट 1967 विच वो सिंधी सी। फिर कोंकणी, मणिपुरी, नेपाली ऐड कीतियां गईयां 71वें अमेंडमेंट द्वारा 1992 च। फिर संथाली, मैथिली, बोडो ते डोगरी ये 2003 च ऐड की गई 92 अमेंडमेंट के नाल। तां ये आपां 8वें शेड्यूल की गल की। हुण आपां करांगे 9वें शेड्यूल की गल। 9वां शेड्यूल जिहड़ा ऐड किया गया ये 1951 च जिहड़ा पहला कॉन्स्टिट्यूशन च अमेंडमेंट होया सी उस दे तहत किया गया। इस च किहड़े एक्ट ने, इस लैंड रिफॉर्म्स बारे एक्ट ने। इहो जे लैजिसलेचर इहो जे एक्ट बारे गल की गई है जिहड़े लैंड रिफॉर्म ते अबॉलिशन ऑफ जमींदारी की गल करते हैं। शुरू च जदों ये शेड्यूल पाया गया सी उस टाइम कुछ इहो जे रूल रेगूलेशन बनाउण की कोशिश की गई सी जिहड़े फंडामेंटल राइट्स ते वायलेशन नूं रोक सकन। तो इन्हां रूल रेगूलेशन नूं जुडिशियल स्क्रूटनी मतलब जुडिशियल रिव्यू तो बियॉन्ड रखा गया सी भी इन्हां ते जुडिशियल रिव्यू लागू नहीं हो सकता। पर 2007 च सुप्रीम कोर्ट का एक रूल आया कि जिहड़े लैंड रिफॉर्म्स ते एबोलिशन ऑफ जमींदारी बारे जिहड़े रूल रेगूलेशन बननगे, खास करके 24 अप्रैल 1973 तो बाद जिहड़े रूल रेगूलेशन इस शेड्यूल च बननगे उन्हां दा जुडिशियल रिव्यू किया जा सकता है। तो आर्टिकल 31B च इसका जिक्र दिता गया है, इसका जिक्र किया गया है।
ਇਹ ਸੀ 9ਵਾਂ ਸ਼ਡਿਊਲ। ਹੁਣ ਆਪਾਂ 10ਵੇਂ ਸ਼ਡਿਊਲ ਬਾਰੇ ਗੱਲ ਕਰਾਂਗੇ। 10ਵੇਂ ਸ਼ਡਿਊਲ ਨੂੰ ਐਡ ਕੀਤਾ ਗਿਆ 52ਵੇਂ ਜਿਵੇਂ 52nd ਅਮੈਂਡਮੈਂਟ ਦੇ ਤਹਿਤ 1985 ਵਿੱਚ ਐਡ ਕੀਤਾ ਗਿਆ। ਇਸ ਦਾ ਕੀ ਹੈ, ਇਸ 'ਚ ਕੁਝ ਇਹੋ ਜਿਹੇ ਪ੍ਰੋਵੀਜ਼ਨਸ ਨੇ ਜਿਹੜੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀਜ਼ ਨੂੰ ਤੇ ਮੈਂਬਰ ਆਫ ਪਾਰਲੀਮੈਂਟ ਨੂੰ ਔਨ ਦਾ ਗਰਾਊਂਡ ਆਫ ਡਿਫੈਕਸ਼ਨ ਡਿਸਕੁਆਲੀਫਾਈ ਕਰਦੇ ਨੇ। ਸਪੋਜ਼ ਕਰੋ ਇੱਕ ਪਾਰਟੀ ਤੋਂ ਪਰਸਨ, ਇੱਕ ਪਾਰਟੀ 'ਚ ਜਿੱਤ ਕੇ ਪਰਸਨ ਦੂਸਰੀ ਪਾਰਟੀ 'ਚ ਜਾ ਰਿਹਾ ਹੈ, ਤਾਂ ਇਨ ਦੈਟ ਕੇਸ ਉਸ 'ਤੇ ਐਂਟੀ ਡਿਫੈਕਸ਼ਨ ਲਾਅ ਲਾ ਕੇ ਉਸ ਜੇ ਤਾਂ ਉਹ ਮੈਂਬਰ ਆਫ ਪਾਰਲੀਮੈਂਟ ਹੈ ਤਾਂ ਉਸ ਨੂੰ ਮੈਂਬਰ ਆਫ ਪਾਰਲੀਮੈਂਟ ਹੋਣ ਤੋਂ ਡਿਸਕੁਆਲੀਫਾਈ ਕਰ ਦਿੱਤਾ ਜਾ। ਜੇ ਉਹ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਤੋਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਤੋਂ ਡਿਸਕੁਆਲੀਫਾਈ ਕੀਤਾ ਜਾਂਦਾ ਹੈ ਇਸ ਸ਼ਡਿਊਲ ਦੇ ਤਹਿਤ, ਜਿਹਨੂੰ ਆਪਾਂ ਦਲ ਬਦਲੂ ਕਾਨੂੰਨ ਵੀ ਕਹਿੰਦੇ ਹਾਂ। ਇੱਕ ਇਸ ਦਾ ਜ਼ਿਕਰ ਆਰਟੀਕਲ 102 ਤੇ 191 ਦੇ ਵਿੱਚ ਕੀਤਾ ਗਿਆ ਹੈ। ਇਹ ਕਿਹਨਾਂ ਪਰਸਨ ਤੇ ਇਹ ਐਂਟੀ ਡਿਫੈਕਸ਼ਨ ਲਾਅ ਲਾਗੂ ਨਹੀਂ ਹੋਏਗਾ? ਸਪੋਜ਼ ਕਰੋ ਇੱਕ ਪਾਰਟੀ ਦੇ ਜਿੰਨੇ ਮੈਂਬਰ ਜਿੱਤੇ ਨੇ ਉਹਨਾਂ ਚੋਂ 2/3 ਜਾਂ 2/3 ਤੋਂ ਜ਼ਿਆਦਾ ਪਰਸਨ ਕਿਸੇ ਦੂਸਰੀ ਪਾਰਟੀ ਨਾਲ ਜਾ ਕੇ ਮਿਲ ਰਹੇ ਨੇ। ਇਨ ਦੈਟ ਕੇਸ ਉਹਨਾਂ ਤੇ ਐਂਟੀ ਡਿਫੈਕਸ਼ਨ ਲਾਅ ਨਹੀਂ ਲਾਗੂ ਹੋਵੇਗਾ। ਬਟ ਜੇ ਜਿੰਨੇ ਪਰਸਨ ਕਿਸੇ ਪਾਰਟੀ ਦੇ ਜਿੱਤੇ ਨੇ ਉਹਨਾਂ ਚੋਂ ਜੇ 2/3 ਤੋਂ ਘੱਟ ਜਾ ਰਹੇ ਨੇ, ਇਨ ਦੈਟ ਕੇਸ ਉਹਨਾਂ ਤੇ ਐਂਟੀ ਡਿਫੈਕਸ਼ਨ ਲਾਅ ਲਾਗੂ ਨਹੀਂ ਹੋਵੇਗਾ। ਸੌਰੀ, ਉਹਨਾਂ ਤੇ ਲਾਗੂ ਹੋਵੇਗਾ। ਜੇ 2/3 ਤੋਂ ਜ਼ਿਆਦਾ ਜਾ ਰਹੇ ਨੇ ਉਹਨਾਂ ਤੇ ਲਾਗੂ ਨਹੀਂ ਹੋਵੇਗਾ। ਜੇ 2/3 ਤੋਂ ਘੱਟ ਕਿਸੇ ਹੋਰ ਪਾਰਟੀ 'ਚ ਪਰਸਨ ਜਾ ਰਹੇ ਨੇ ਤਾਂ ਉਹਨਾਂ ਤੇ ਇਹ ਲਾਗੂ ਹੋਵੇਗਾ। ਤਾਂ ਇਹ ਸੀ ਦਲ ਬਦਲੂ ਕਾਨੂੰਨ ਜਿਹੜਾ 1985 'ਚ ਰਾਜੀਵ ਗਾਂਧੀ ਗੌਰਮੈਂਟ ਦੁਆਰਾ 52nd ਅਮੈਂਡਮੈਂਟ ਰਾਹੀਂ ਐਡ ਕੀਤਾ ਗਿਆ ਸੀ। ਤੇ ਫਿਰ ਆਪਾਂ ਕਰਾਂਗੇ 11th ਸ਼ਡਿਊਲ ਦੀ ਗੱਲ ਕਰਾਂਗੇ। 11th ਸ਼ਡਿਊਲ ਕਦੋਂ ਐਡ ਕੀਤਾ ਗਿਆ? ਇਹ 73rd ਅਮੈਂਡਮੈਂਟ 1992 'ਚ ਐਡ ਕੀਤਾ ਗਿਆ। ਇਸ 'ਚ ਪੰਚਾਇਤੀ ਰਾਜ ਦੁਆਰੇ ਜਿਹੜੇ ਆਪਣੇ ਗ੍ਰਾਮ ਪੰਚਾਇਤ ਹੁੰਦੇ ਨੇ ਉਹ ਪੰਚਾਇਤੀ ਰਾਜ ਦੁਆਰੇ ਇਸ 'ਚ ਕੁਝ ਪ੍ਰੋਵੀਜ਼ਨ ਪੰਚਾਇਤੀ ਰਾਜ ਬਾਰੇ ਇਸ 'ਚ ਕੁਝ ਪ੍ਰੋਵੀਜ਼ਨ ਦਿੱਤੇ ਗਏ ਨੇ ਤੇ ਇਹ ਆਰਟੀਕਲ 243 ਜੀ 'ਚ ਮੈਂਸ਼ਨ ਕੀਤਾ ਗਿਆ ਹੈ। ਫਿਰ ਮਤਲਬ 243 ਜੀ ਆਰਟੀਕਲ ਇਸ 'ਚ ਇਨਵੋਲਵ ਹੈ। ਫਿਰ ਜਿਹੜਾ 12ਵਾਂ ਸ਼ਡਿਊਲ ਆਪਣਾ ਜਿਹੜਾ ਉਹ ਐਡ ਕੀਤਾ ਗਿਆ ਸੀ 74th ਅਮੈਂਡਮੈਂਟ 1992 ਦੁਆਰਾ। ਤੇ ਇਸ 'ਚ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਸ਼ਹਿਰਾਂ ਦੀ ਪੰਚਾਇਤ ਹੁੰਦੀ ਹੈ, ਮਿਊਨਿਸਪਲ ਕਾਰਪੋਰੇਸ਼ਨ, ਉਸ ਬਾਰੇ ਜ਼ਿਕਰ ਕੀਤਾ ਗਿਆ। ਇਹ ਆਪਾਂ 1 ਬਾਏ 1 ਤੇ ਇਸ 'ਚ ਜਿਹੜਾ ਆਰਟੀਕਲ ਹੈ 243W ਦਾ ਜ਼ਿਕਰ ਕੀਤਾ ਗਿਆ। ਇਹ ਸੀ ਆਪਣੇ 12 ਦੇ 12 ਸ਼ਡਿਊਲ ਜਿਹੜੇ ਇੰਡੀਅਨ ਕੌਂਸਟੀਟਿਊਸ਼ਨ 'ਚ ਦਿੱਤੇ ਗਏ ਨੇ। ਤੇ ਹੁਣ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇੱਕ ਟ੍ਰਿਕ ਜਿਹੜੀ ਸਾਡੀ ਟੀਮ ਨੇ ਨਹੀਂ, ਇਹ ਕਿਸੇ ਦੀ ਚੱਕੀ ਹੋਈ ਹੈ, ਟੀਅਰਸ ਆਫ ਓਲਡ PM। ਠੀਕ ਹੈ, ਕਿਉਂਕਿ ਮੈਂ ਇਹ ਪਹਿਲਾਂ ਵੀ ਕਈ ਵਾਰ ਦੇਖੀ ਹੈ। ਤਾਂ ਟੀਅਰਸ ਆਫ ਮਤਲਬ ਬਜ਼ੁਰਗ PM ਦੇ ਆਂਸੂ, ਟੀਅਰਸ ਆਫ ਓਲਡ PM ਇਹਦਾ ਮਤਲਬ ਇਹ ਬਣਦਾ ਜਿਵੇਂ T for ਟੈਰੀਟਰੀਜ਼ ਆਫ ਯੂਨੀਅਨ, E for emoluments and salary, A for affirmation and oaths, R for Rajya Sabha seats, S scheduled areas, O other tribal areas, F for federalist, O for official languages, L for land reforms, D for defection law, P for ਪੰਚਾਇਤੀ ਰਾਜ, ਮਿਊਨਿਸਪਲ ਕਾਰਪੋਰੇਸ਼ਨਸ। ਸਾਨੂੰ ਲੱਗਿਆ ਕਿ ਇਹ ਸਹਾਇਕ ਹੋਵੇਗੀ ਤੁਹਾਨੂੰ, ਇਹ ਜਿੰਨੇ ਵੀ ਸ਼ਡਿਊਲ 12 ਦੇ ਰੱਖੇ ਨੇ ਕੌਂਸਟੀਟਿਊਸ਼ਨ 'ਚ ਉਹਨਾਂ ਨੂੰ ਯਾਦ ਰੱਖਣ ਵਾਸਤੇ। ਤਾਂ ਇਸ ਕਰਕੇ ਅਸੀਂ ਇਹ ਤੁਹਾਡੇ ਨਾਲ ਇੱਥੇ ਮੈਂਸ਼ਨ ਕਰਤੀ। ਥੈਂਕ ਯੂ।